ਸਾਹਿਬ ਜੀ ਸੋਮਵਾਰ ਸੱਚ ਰਹਿਆ ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ। ਆਖ ਆਖ ਰਹੇ ਸਭ ਲਿਵ ਲਾਏ, ਜਿਸ ਦੇਵੈ ਤਿਸ ਪੱਲੇ ਪਾਏ। ਅਗਮ ਅਗੋਚਰ ਲਖਿਆ ਨਾ ਜਾਏ, ਗੁਰ ਕੈ ਸ਼ਬਦ ਹਰ ਰਹਿਆ ਸਮਾਏ। ਅਗਮ ਅਗੋਚਰ ਲਖਿਆ ਨਾ ਜਾਏ, ਗੁਰ ਕੈ ਸ਼ਬਦ ਹਰ ਰਹਿਆ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦੀਨ ਦਿਆਲ ਮਿਹਰਬਾਨ ਸਮਰੱਥ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਸ਼ਰਧਾ ਦੇ ਨਾਲ ਬੜੇ ਪ੍ਰੇਮ ਸਹਿਤ ਆਪ ਜੀ ਉਦਮ ਕਰਦੇ ਹੋ ਸੰਗਤ ਵਿੱਚ ਹਾਜ਼ਰੀ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ, ਇਹ ਅਮੋਲਕ ਦਾਤਾ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਅਸੀਂ ਇਹਨਾਂ ਦਾ ਆਨੰਦ ਮਾਣਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਾਨੂੰ ਉਹ ਮੱਤ, ਉਹ ਸਿੱਖਿਆ ਦਿੰਦੀ ਹੈ ਜਿਸ ਸਿੱਖਿਆ ਨੂੰ, ਜਿਸ ਮੱਤ ਨੂੰ ਲੈ ਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਾਰਗ ਦੇ ਪਾਂਧੀ ਬਣ ਜਾਂਦੇ ਹਾਂ ਤੇ ਉਸ ਪ੍ਰਭੂ ਦੀ ਪ੍ਰਾਪਤੀ ਕਰ ਸਕਦੇ ਹਾਂ। ਤੇ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਵਾਰ ਸਤ, ਸਤਾਂ ਦਿਨਾਂ ਦੇ ਨਾਮ ਤੋਂ ਸੋਹਣੇ ਸੋਹਣੇ ਉਪਦੇਸ਼ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੇ। ਜਿਸ ਦਿਨ ਦਾ ਨਾਮ ਜਿਸ ਅੱਖਰ ਤੋਂ ਸੀ, ਉਸੇ ਅੱਖਰ ਤੋਂ ਇੱਕ ਉਪਦੇਸ਼ ਬਖਸ਼ਿਆ, ਜਿਹਦਾ ਅਸੀਂ ਕੱਲ ਪਿਛਲੇ ਦੀਵਾਰ ਵਿੱਚ ਸਰਵਣ ਕੀਤਾ ਸੀ। ਆਦਿਤਵਾਰ, ਐੜੇ ਤੋਂ ਹੀ ਦਿਨ ਦਾ ਨਾਮ ਹੈ ਆਦਿਤਵਾਰ, ਐਤਵਾਰ। ਤੇ ਉਪਦੇਸ਼ ਬਖਸ਼ਿਆ ਸੀ ਆਦਿ ਪੁਰਖ ਹੈ ਸੋਈ, ਕਿ ਭਾਈ ਆਦਿ ਪੁਰਖ ਨੂੰ ਸਿਮਰੋ, ਉਸ ਨੂੰ ਸੱਚ ਜਾਣੋ, ਉਹਦੀ ਭਗਤੀ ਕਰੋ। ਹੁਣ ਅੱਗੇ ਦੂਸਰੇ ਦਿਨ ਤੋਂ, ਜਿਸ ਦਾ ਨਾਮ ਅਸੀਂ ਸੋਮਵਾਰ, ਤੇ ਗੁਰੂ ਅਮਰਦਾਸ ਜੀ ਨੇ ਵਚਨ ਕੀਤਾ ਆਪਣੀ ਰਚਨਾ ਤੋਂ, ਸੋਮਵਾਰ ਸੱਚ ਰਹਿਆ ਸਮਾਏ। ਮਹਾਰਾਜ ਜੀ ਕਹਿੰਦੇ ਉਹ ਸੱਚੇ ਪਰਮਾਤਮਾ ਦੇ ਵਿੱਚ ਜੋ ਸਮਾ ਜਾਵੇ, ਜੋ ਉਹਦੇ ਚ ਲੀਨ ਹੋ ਜਾਵੇ, ਉਸ ਸੱਚੇ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਵੇ, ਇਹੀ ਸਾਡਾ ਮਨੋਰਥ ਹੈ ਨਾ, ਉਹਦੇ ਵਿੱਚ ਸਮਾ ਜਾਣਾ ਇੱਕ ਦੇ ਵਿੱਚ। ਪਹਿਲਾਂ ਸਤਿਗੁਰੂ ਜੀ ਨੇ ਸਾਨੂੰ ਸੁਣਨ ਦਾ ਉਪਦੇਸ਼ ਕੀਤਾ ਵੀ ਵਾਹਿਗੁਰੂ ਜੀ ਦੀ ਸਿਫਤ ਸਲਾਹ ਨੂੰ ਸੁਣੋ, ਸੁਣ ਕੇ ਉਹਨੂੰ ਸਮਝਣਾ, ਅਤੇ ਫਿਰ ਉਸ ਦੇ ਵਿੱਚ ਸਮਾ ਜਾਣਾ। ਤੇ ਜਿਹੜੇ ਜਿਹੜੇ ਉਹਦੇ ਵਿੱਚ ਸਮਾ ਜਾਂਦੇ ਨੇ, ਜਿਹੜੇ ਉਹਦੇ ਲੀਨ ਹੋ ਜਾਂਦੇ ਨੇ, ਮਿਲ ਜਾਂਦੇ ਨੇ, ਅਭੇਦ ਹੋ ਜਾਂਦੇ ਨੇ, ਜਿੱਦਾਂ ਅਸੀਂ ਇੱਕ ਸ਼ਬਦ ਬਾਣੀ ਵਿੱਚ ਪੜ੍ਹਦੇ ਹਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ।
कि नामदेव जी लीन हो गए समा गए, एक ही गल है, मिल गए ਉਹਦੇ ਵਿੱਚ, अपने अंतस्करण ਨੂੰ ਇੰਨਾ ਕੁ शुद्ध कर लिया कि ऐसी मन की अवस्था बन गई कि जिथे उस पार ब्रह्म ਦੇ ਵਿੱਚ अभेद हो जाएगा। जो नामदेव जी उस वाहिगुरु जी ਦੇ ਵਿੱਚ ਸਮਾ गए, सच ਦੇ ਵਿੱਚ ਸਮਾ गए, आठ दाम को छीपरो होयो लाखीना। ਤੇ ਕਹਿੰਦੇ ਇਹ ਫਰਕ ਪਿਆ ਵੀ ਪਹਿਲਾਂ ਲੋਕ ਨਾਮਦੇਵ ਜੀ ਨੂੰ ਵੇਖ ਕੇ ਮਜ਼ਾਕ ਕਰਦੇ ਸੀ, ਉਹਨੂੰ ਮਾਮੂਲੀ ਮਨੁੱਖ ਜਾਣਦੇ ਸੀ ਤੇ ਉਹਨੂੰ ਆਖਦੇ ਸੀ ਲਓ ਇਹਦੀ ਕੀ ਗੱਲ ਹੈ ਤੇ ਅੱਧੀ ਕੌਡੀ ਦਾ ਛਿੰਬਾ, ਏਦਾਂ ਲੋਕ ਗੱਲਾਂ ਕਰਦੇ ਸੀ, ਉਹਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਸੀ। पर उन्हें वाहिगुरु की भगती की, भगत नामदेव जी ने वो वाहिगुरु के विच ही समा गए ते हुण कहते होयो लखीण, वो लखां दे हो गए, बहुत वड्डी महिमा दे मालक, ਜਿਹੜੇ ਉਹਨਾਂ ਨੂੰ ਮਜ਼ਾਕ ਕਰਕੇ ਲੰਘਦੇ ਸੀ ਹੁਣ ਉਹ ਤਰਸਦੇ ਨੇ ਵੀ ਕਿਤੇ ਨਾਮਦੇਵ ਜੀ ਸਾਡੇ ਵੱਲ ਮਿਹਰ ਦੀ ਨਿਗਾਹ ਕਰ ਦੇਣ। ਤੇ ਫਿਰ ਕਹਿੰਦੇ ਬੁਰਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਕਬੀਰ ਸਾਹਿਬ ਉਹਨਾਂ ਨੂੰ ਵੀ ਲੋਕ ਜਲਾਹਾ ਜਲਾਹਾ ਕਹਿ ਕੇ ਮਜ਼ਾਕ ਕਰਦੇ ਸੀ, ਪਰ ਉਹ ਸਮਾ ਗਏ ਉਹਦੇ ਵਿੱਚ, ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ, ਪਰਮਾਤਮਾ ਦੇ ਉਹਦੇ ਰੂਪ ਹੋ ਗਏ। ਤੇ ਫਿਰ ਉਹ ਕਹਿੰਦੇ ਗੁਣਾ ਦੇ ਖਜ਼ਾਨੇ ਬਣ ਗਏ, ਗੁਣੀ ਗਹੀਰਾ ਬਣ ਗਏ। रविदास ढोता ढोर नीत त्यागी माया, प्रगट हुआ साध संग हर दर्शन पाया। भगत रविदास जी जिन्हां दा किता चमड़े का कर्म करते सन ते लोग कई उन्हां नाल घिरना करते सी, नफरत करते सी, नीच समझते सी। ये मनुख की बिरती है ना कि ਜਿਹੜਾ ਤਾਂ ਜੁੱਤੀ ਨੂੰ ਬਣਾਉਂਦਾ ਬਹੁਤ ਸੋਹਣਾ ਉਹਨੂੰ ਕਹਿੰਦੇ ਨੀਚ ਹੈ, ਤੇ ਉਹ ਨੀਚ ਦੀ ਬਣਾਈ ਹੋਈ ਸੋਹਣੀ ਜੁੱਤੀ ਪੈਰ 'ਚ ਪਾ ਕੇ ਉਹ ਕਹਿੰਦਾ ਮੈਂ ਬਹੁਤ ਵੱਡਾ ਮਹਾਨ ਹੈ, ਮੈਂ ਅਮੀਰ ਹਾਂ। ਇਹ ਮਨੁੱਖ ਦੀ ਬਿਰਤੀ ਹੈ। ਇਸ ਚੀਜ਼ ਨੂੰ ਗੁਰਮਤਿ ਅੰਦਰ ਰੱਬ ਦੇ ਘਰ ਵਿੱਚ ਕੋਈ ਥਾਂ ਨਹੀਂ ਹੈ। ਰੱਬ ਦੇ ਦਰ ਤੇ ਸਭ ਮਨੁੱਖ ਬਰਾਬਰ ਨੇ। ਤੇ ਭਗਤ ਰਵਿਦਾਸ ਜੀ ਕਹਿ ਲਗੇ ਪ੍ਰਗਟ हुआ ਸਾਧ ਸੰਗ ਹਰ ਦਰਸ਼ਨ ਪਾਇਆ। ਉਹਨਾਂ ਨੇ ਹਰੀ ਦਾ ਦਰਸ਼ਨ ਪ੍ਰਾਪਤ ਕਰ ਲਿਆ, ਸਮਾ ਗਏ ਉਹਦੇ ਵਿੱਚ। ਫਿਰ ਸੈਨ ਨਾਈ ਉਤਕਾਰਿਓ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਕਰੇ। ਇਹ ਵਿਦ ਸੁਣ ਕੇ ਜਾਟ ਰੂਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧਰਨਾ ਬੜ ਭਾਗਾ। ਉਹਦੇ 'ਚ ਮਿਲ ਗਏ ਪਰਮਾਤਮਾ ਵਿੱਚ, ਅਭੇਦ ਹੋ ਗਏ, ਸਮਾ ਗਏ। ਮਹਾਰਾਜ ਕਹਿੰਦੇ ਤੁਸੀਂ ਸੋਮਵਾਰ ਤੋਂ ਇਹ ਉਪਦੇਸ਼ ਲਓ ਕਿ ਅਸੀਂ ਸੱਚ ਦੇ ਵਿੱਚ ਸਮਾ ਜਾਈਏ। ਸੱਸੇ ਤੋਂ ਸੋਮਵਾਰ ਤੇ ਸੱਸੇ ਤੋਂ ਸੱਚ, ਸੱਚ ਤੋਂ ਭਾਵ ਪਰਮਾਤਮਾ, ਸੱਚ ਦੇ ਵਿੱਚ ਸਮਾ ਜਾਣਾ। ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ, ਉਹਦੀ ਇਬਾਦਤ ਵਿੱਚ ਜੁੜ ਜਾਣਾ, ਉਹਦੇ ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਟਿਕਾ ਰਹਿਣਾ। ਇਸ ਕੀ ਕੀਮਤ ਕਹੀ ਨਾ ਜਾਏ। ਜਿਹੜਾ ਸਮਾ ਗਿਆ ਉਹਦੇ ਵਿੱਚ, ਵਾਹਿਗੁਰੂ ਦੇ ਵਿੱਚ, ਉਹਦੀ ਕੀਮਤ ਜਿਹੜੀ ਹੈ ਨਾ ਉਹ ਕਹੀ ਨਹੀਂ ਜਾ ਸਕਦੀ। ਜਿੱਦਾਂ ਲੋਕ ਪਹਿਲਾਂ ਅੱਧੀ ਕੌਡੀ ਦਾ ਛਿੰਬਾ ਕਹਿੰਦੇ ਸੀ, ਤੇ ਫਿਰ ਤੇ ਉਹ ਐਸੀ ਅਵਸਥਾ 'ਚ ਆ ਜਾਂਦਾ ਜਿਹੜਾ ਪ੍ਰਭੂ ਦੀ ਭਗਤੀ ਕਰਦਾ ਹੈ, ਉਹਦੀ ਬੰਦਗੀ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਫਿਰ ਉੱਥੇ ਵਚਨ ਕਰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਕਹਿੰਦੇ ਜਿਹਨੇ ਰੱਬ ਦੇ ਨਾਮ ਨੂੰ ਮੰਨਿਆ ਨਾ, ਜਿਹੜਾ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ, ਉਹਦੀ ਕੀਮਤ ਜਿਹੜੀ ਹੈ ਨਾ, ਉਹਦੀ ਗਤ ਅਵਸਥਾ ਉਹ ਦੱਸੀ ਨਹੀਂ ਜਾ ਸਕਦੀ। ਤੇ ਨਾ ਹੀ ਕੋਈ ਕਾਗਜ਼ ਕਲਮ ਉਹਦੀ ਅਵਸਥਾ ਨੂੰ, ਉਹਦੇ ਸੁੱਖ ਨੂੰ ਲਿਖ ਕੇ ਜਾਂ ਦੱਸ ਸਕਦਾ, ਸਮਝਾ ਸਕਦਾ ਨਹੀਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋਈ ਦਾਵਾ ਕਰੇ ਵੀ ਮੈਂ ਦੱਸ ਸਕਦਾ ਭਗਤ ਦੀ ਅਵਸਥਾ ਦਾ, ਮੈਂ ਵਿਖਿਆਨ ਕਰ ਸਕਦਾ, ਮਹਾਰਾਜ ਕਹਿੰਦੇ ਨਹੀਂ, ਐਸਾ ਨਹੀਂ ਹੋ ਸਕਦਾ। ਜੇ ਕੋਈ ਦਾਵਾ ਕਰੇਗਾ ਉਹਨੂੰ ਪਿੱਛੋਂ ਪਛਤਾਉਣਾ ਹੀ ਪਏਗਾ।
कागज कलम लिखन हार, मन्ने का वह कर्म विचार, ऐसा नाम निरंजन होए। जे को मन जाने मन होए। जिहड़ा सच्चे प्रभु दे विच समा गया, वो बहुत बड़ी महिमा का मालक बन गया। ਉਹਦੇ गुण बेअंत हो गए, कथन करन तो परे हो गए। आख आख रहे सब लिव लाए। ਹੁਣ ਇੱਥੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਭਗਤੀ ਕਰਨ ਵਾਲੇ ਨੂੰ ਸੁਚੇਤ ਵੀ ਕਰਦੇ ਨੇ, ਸਾਵਧਾਨ ਵੀ ਕਰਦੇ ਨੇ ਕਿ ਕਿਤੇ ਤੂੰ ਬਹੁਤ ਵਾਹਿਗੁਰੂ ਜੀ ਦੀਆਂ ਸਿਫਤਾਂ ਕਰਦਾ ਹੋਵੇ, ਉਹਦੇ ਬੜੇ ਤੂੰ ਗੁਣ ਕਥਨ ਕਰਦਾ ਹੋਵੇ, ਤੇ ਮਹਾਰਾਜ ਨੇ ਸਾਵਧਾਨ ਕੀਤਾ ਵੀ ਇਹ ਜ਼ਰੂਰੀ ਨਹੀਂ ਵੀ ਤੂੰ ਉਹਦੀ ਭਗਤੀ ਕਰਦਾ, ਉਹਦੇ ਗੁਣ ਗਾਉਂਦਾ, ਉਹਦੀ ਸਿਫਤ ਸਲਾਹ ਕਰਦਾ ਹੈ, ਜ਼ਰੂਰੀ ਨਹੀਂ ਵੀ ਤੇਰਾ ਇਹ ਸਾਰਾ ਕੁਝ ਥਾਂ ਪਈ ਜਾਵੇਗਾ। ਇਹ ਉਹਦੀ ਮਰਜ਼ੀ ਹੈ। ਮਤਾ ਕੋਈ ਆਖੇ ਵੀ ਮੈਂ ਹੁਣ ਆਹ ਕੰਮ ਕੀਤਾ, ਮੈਂ ਇੰਨੀ ਹੁਣ ਭਗਤੀ ਕਰ ਲਈ, ਇੰਨਾ ਪੂਜਾ ਪਾਠ ਕਰ ਲਿਆ, ਹੁਣ ਤੇ ਮੇਰਾ ਆਹ ਕੰਮ ਇੱਦਾਂ ਹੋਵੇ, ਹੁਣ ਤੇ ਮੈਂ ਪ੍ਰਵਾਨ ਹੋਵਾਂ, ਹੁਣ ਤੇ ਮੇਰੀ ਸ਼ੋਭਾ ਪ੍ਰਗਟ ਹੋਵੇ, ਨਹੀਂ। ਇਹ ਉਸ ਵਾਹਿਗੁਰੂ ਦੇ ਉੱਤੇ ਨਿਰਭਰ ਹੈ। ਤੁਹਾਡੇ ਕਰਮ ਪਵਿੱਤਰ ਸੋਹਣੇ ਹੋਣੇ ਚਾਹੀਦੇ ਨੇ, ਪਰ ਜਿਹੜਾ ਦਾਵਾ, ਜਿਹੜੀ ਟੇਕ ਹੈ ਨਾ, ਉਹ ਇੱਕ ਦੇ ਉੱਤੇ ਹੋਵੇ। ਦਾਵਾ ਨਹੀਂ ਆਪਣੇ ਕਰਮਾਂ ਦਾ ਬੰਨਿਆ ਜਾ ਸਕਦਾ। ਜਿੱਦਾਂ ਇੱਕ ਗੁਆਂਢੀ ਦੇ ਘਰੇ ਵੇਖਿਆ ਵੀ ਉਹ ਵਰਖਾ ਬਹੁਤ ਹੋਈ, ਉਹਨੇ ਵੇਖਿਆ ਵੀ ਉਹਦੇ ਘਰੇ ਬਹੁਤ ਸਾਰੇ ਘੜੇ ਜਿਹੜੇ ਪਾਣੀ ਦੇ ਭਰ ਗਏ। ਹੁਣ ਉਹਨੇ ਕਿਹਾ ਵੀ ਮੇਰੇ ਘੜੇ ਤੇ ਖਾਲੀ ਰਹਿ ਗਏ। ਕਿਉਂ ਰਹਿ ਗਏ ਖਾਲੀ? ਕਿਉਂਕਿ ਮੇਰੇ ਘੜੇ ਮੂਧੇ ਪੈ ਰਹੇ, ਸਿੱਧੇ ਨਹੀਂ ਸਨ। ਜੇ ਸਿੱਧੇ ਹੁੰਦੇ ਤੇ ਵੀ ਭਰ ਜਾਂਦੇ। ਹੁਣ ਉਹਨੇ ਕੀ ਕੀਤਾ? ਉਹਨੇ ਵੀ ਘੜੇ ਸਿੱਧੇ ਕਰਕੇ ਵਿਹੜੇ 'ਚ ਰੱਖ ਦਿੱਤੇ। ਤੇ ਹੁਣ ਉਹ ਤੇ ਇਹ ਹੈ ਨਾ ਵੀ ਉਹ ਜੇ ਆਖੇ ਵੀ ਹੁਣ ਮੈਂ ਘੜੇ ਸਿੱਧੇ ਕਰਤੇ, ਮੀਂਹ ਕਿਉਂ ਨਹੀਂ ਪੈ ਰਿਹਾ? ਪੈਣਾ ਚਾਹੀਦਾ। ਤੇਰੇ ਘੜੇ ਸਿੱਧੇ ਕਰਨ ਦੇ ਨਾਲ ਇਹ ਜ਼ਰੂਰੀ ਨਹੀਂ ਵੀ ਹੁਣ ਮੀਂਹ ਪਵੇ, ਤੇ ਉਹਦੀ ਮਰਜ਼ੀ ਹੈ ਪਵੇ ਜਾਂ ਨਾ ਪਵੇ। ਹਾਂ, ਇਹ ਗੱਲ ਹੈ ਵੀ ਜਦੋਂ ਪਏਗਾ ਤੇ ਉਹ ਤੇਰੇ ਘਰ ਵਿੱਚ, ਤੇਰੇ ਵਿਹੜੇ 'ਚ ਪਏ ਘੜੇ ਵੀ ਭਰ ਜਾਣਗੇ। ਤੇ ਜੇ ਉਲਟੇ ਹੀ ਪਏ ਰਹਿੰਦੇ, ਮੁੱਦੇ ਹੀ ਪਏ ਰਹਿੰਦੇ, ਤੇ ਫਿਰ ਮੀਂਹ ਵੀ ਪਈ ਜਾਂਦਾ ਤੇ ਭਰਨੇ ਕੋਈ ਨਹੀਂ ਸਨ। ਸੋ ਇਹ ਜਿਹੜੀ ਅਸੀਂ ਸਾਧਨਾ ਕਰਦੇ ਆ, ਸੰਗਤ ਵਿੱਚ ਆਉਣਾ, ਪੂਜਾ ਪਾਠ ਕਰਨਾ, ਦਾਨ ਪੁੰਨ ਕਰਨਾ, ਇਹ ਘੜੇ ਸਿੱਧੇ ਕਰਨਾ ਹੀ ਹੈ। ਇਹ ਜਦੋਂ ਉਸ ਮਾਲਕ ਦੀ ਮਿਹਰ ਹੋਵੇਗੀ, ਰਹਿਮਤ ਹੋਏਗੀ, ਤੇ ਇਹਦੀ ਪ੍ਰਵਾਨਗੀ ਹੋ ਜਾਵੇਗੀ। ਜੇ ਕੋਈ ਦਾਵਾ ਕਰੇ, ਦਾਵਾ ਨਹੀਂ। ਮਹਾਰਾਜ ਕਹਿੰਦੇ ਆਖ ਆਖ ਰਹੇ ਸਭ ਲਿਵ ਲਾਏ। ਕਹਿੰਦੇ ਬੜੇ ਬੜੇ ਜਿਹੜੇ ਹਨ ਉਹਦੀਆਂ ਸਿਫਤਾਂ ਕਰ ਕਰਕੇ ਥੱਕ ਗਏ, ਹਾਰ ਗਏ, ਉਹ ਰਹਿ ਗਏ, ਥੱਕ ਗਏ ਵਿਚਾਰੇ, ਸੁਰਤਾਂ ਜੋੜਦੇ ਜੋੜਦੇ, ਪਰ ਉਹਨਾਂ ਦੀ ਘਾਲਣਾ ਥਾਏ ਨਹੀਂ ਪਈ। ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚ ਇੱਕ ਵਚਨ ਆਉਂਦਾ ਹੈ। ਬਾਬਾ ਫਰੀਦ ਸਾਹਿਬ ਜੀ ਵਚਨ ਕਰਦੇ ਨੇ ਕਿ ਮੇਰਾ ਤਨ ਜਿਹੜਾ ਹੈ ਨਾ, ਉਹ ਹੁਣ ਬਹੁਤ ਕਮਜ਼ੋਰ ਹੋ ਗਿਆ। ਫਰੀਦ ਦਾ ਤਨ ਸੁੱਕਾ, ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਪਾਪ। ਕਹਿੰਦੇ ਬੰਦਗੀ ਕਰਦਿਆਂ ਮੇਰਾ ਸਰੀਰ ਇੰਨਾ ਕਮਜ਼ੋਰ ਹੋ ਗਿਆ, ਖੀਣ ਹੋ ਗਿਆ, ਪਰ ਕਹਿੰਦੇ ਉਹ ਵਾਹਿਗੁਰੂ ਅਜੇ ਉਹਦਾ ਮੈਨੂੰ ਦੀਦਾਰ ਹੋਏਗੀ। ਇੱਕ ਇਸ਼ਾਰਾ ਕੀਤਾ ਬਾਬਾ ਫਰੀਦ ਸਾਹਿਬ ਜੀ ਨੇ ਕਿ ਆਪਣੇ ਕਰਮ ਦਾ ਦਾਵਾ ਨਹੀਂ। ਇੱਕ ਵਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਗੁਰਸਿੱਖਾਂ ਨੇ ਪੁੱਛਿਆ ਸੀ, ਬਾਬਾ ਜੀ ਕਰਮ ਵੱਡਾ ਹੁੰਦਾ ਹੈ ਕਿ ਬਖਸ਼ਿਸ਼ ਵੱਡੀ ਹੁੰਦੀ ਹੈ। ਕਰਮ ਦੀ ਟੇਕ ਲਈਏ ਕਿ ਬਖਸ਼ਿਸ਼ ਦੀ ਟੇਕ ਲਈਏ? ਤੇ ਬਾਬਾ ਜੀ ਨੇ ਸਮਝਾਇਆ ਸੀ ਕਿ ਗੁਰੂ ਘਰ ਦੇ ਵਿੱਚ ਇਹ ਦੋਵੇਂ ਹੀ ਗੱਲਾਂ ਪ੍ਰਵਾਨ ਨੇ। ਕਹਿਣ ਦਾ ਭਾਵ ਕਿ ਜੇ ਕੋਈ ਆਖੇ ਵੀ ਬਖਸ਼ਿਸ਼ ਮਿਲ ਜਾਣੀ ਹੈ ਗੁਰੂ ਕੋਲੋਂ, ਤੇ ਮੈਂ ਜੋ ਮਰਜ਼ੀ ਕਰਦਾ ਪਿਆ, ਜਿੰਨੇ ਮਰਜ਼ੀ ਗੁਨਾਹ ਕਰ ਰਹਾ, ਪਾਪ ਕਰ ਰਹਾ, ਗੁਰੂ ਨੇ ਬਖਸ਼ ਹੀ ਦੇਣਾ, ਤੇ ਇਹ ਬਖਸ਼ਿਸ਼ ਦੀ ਦੁਰਵਰਤੋਂ ਹੋਏਗੀ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਕਰਮ ਚੰਗੇ ਕਰਨੇ ਨੇ, ਨੇਕ ਕਰਮ ਕਰਨੇ ਨੇ, ਤੇ ਉਹ ਨੇਕ ਕਰਮ ਕਰਕੇ ਅਸੀਂ ਦਾਵਾ ਨਹੀਂ ਬੰਨਣਾ ਵੀ ਅਸੀਂ ਇੰਨੇ ਹੁਣ ਨੇਕ ਕਰਮ ਕਰ ਦਿੱਤੇ, ਹੁਣ ਸਾਡਾ ਇਸ ਤਰ੍ਹਾਂ ਜਿਹੜੀ ਸਾਡੀ ਮਰਜ਼ੀ ਦੇ ਮੁਤਾਬਕ ਹੋਣਾ ਚਾਹੀਦਾ ਜੋ ਵੀ ਹੋਣਾ।
ਇਹ ਉਹਦੀ ਬਖਸ਼ਿਸ਼, ਉਹਦੀ ਮਿਹਰ, ਇਹ ਟੇਕ ਉਸ ਦੀ ਮਿਹਰ ਤੇ ਰੱਖਣੀ ਹੈ। ਸੋ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਰਹਿਮਤ ਕਰਦੇ ਨੇ ਕਿ ਬੜੇ ਬੜੇ ਸਾਧਨਾ ਕਰਨ ਵਾਲੇ ਆਪ ਆਪ ਰਹੇ ਸਭ ਲਿਵ ਲਾਏ, ਜਿਸ ਦੇਵੈ ਤਿਸ ਪੱਲੇ ਪਾਏ। ਕਿ ਪ੍ਰਭੂ ਮਿਲਾਪ ਦੀ ਜਿਹੜੀ ਅਵਸਥਾ ਹੈ, ਉਹ ਜਿਹੜਾ ਇਹ ਰਸ ਦਾ ਆਨੰਦ ਜਿਹੜੇ ਮਾਣਦੇ ਨੇ, ਇਸ ਭਗਤੀ ਦਾ, ਸਾਧਨਾ ਦਾ, ਸਾਰੇ ਕਰਮ ਦਾ ਰਸ ਪ੍ਰਾਪਤ ਆ ਜਾਵੇ, ਆਨੰਦ ਮਿਲ ਜਾਵੇ। ਕਹਿੰਦੇ ਇਹ ਜਿਸ ਦੇਵੇ ਤਿਸ ਪੱਲੇ ਪਾਏ, ਜਿਹਨੂੰ ਉਹ ਦੇਵੇ ਉਹਨੂੰ ਪ੍ਰਾਪਤ ਹੁੰਦਾ ਹੈ। ਜਿਸ ਦੇਵੇ ਤਿਸ ਪੱਲੇ ਪਾਏ, ਜਿਸ ਦੇ ਉੱਤੇ ਉਹ ਤਰੁੱਟ ਪਵੇ। ਇੱਕ ਵਚਨ ਆਉਂਦਾ ਬਾਣੀ ਵਿੱਚ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਕਹਿੰਦੇ ਜਿਹੜੀਆਂ ਇਹ ਦਾਤਾਂ ਨੇ, ਚਾਹੇ ਸਾਡੀ ਭਗਤੀ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਣੀ, ਸਾਨੂੰ ਨਾਮ ਦਾ ਆਨੰਦ ਪ੍ਰਾਪਤ ਹੋ ਜਾਵੇ, ਸਾਡਾ ਜੀਵਨ ਸਵਰ ਜਾਵੇ, ਪ੍ਰਭੂ ਦਾ ਮਿਲਾਪ, ਉਹਦਾ ਦਰਸ਼ਨ, ਉਹਦਾ ਦੀਦਾਰ ਮਿਲ ਜਾਵੇ। ਇਹ ਜਿਹੜੀਆਂ ਦਾਤਾਂ ਨੇ ਸਾਰੀਆਂ, ਕਹਿੰਦੇ ਸਾਹਿਬ ਦੀਆਂ ਨੇ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਕਿਆ ਚੱਲੈ ਤਿਸ ਨਾਲ। ਕਹਿੰਦੇ ਉਹਦੇ ਨਾਲ ਸਾਡੀ ਕੋਈ ਚਤੁਰਾਈ, ਕੋਈ ਸਿਆਣਪ ਨਹੀਂ ਚੱਲ ਸਕਦੀ ਵੀ ਅਸੀਂ ਕੋਈ ਕਿਸੇ ਤਰੀਕੇ ਦੇ ਨਾਲ, ਜਿਵੇਂ ਆਮ ਅਸੀਂ ਕਹਿੰਦੇ ਹਾਂ ਨਾ ਵੀ ਜੇ ਸਿੱਧੇ ਤਰੀਕੇ ਨਾਲ ਕੰਮ ਨਹੀਂ ਹੁੰਦਾ ਤਾਂ ਉਹ ਟੇਢੇ ਤਰੀਕੇ ਨਾਲ ਕਰ ਲਓ। ਇੱਥੇ ਰੱਬ ਦੇ ਘਰ 'ਚ ਕੋਈ ਟੇਢਾ ਤਰੀਕਾ ਕੋਈ ਨਹੀਂ ਹੈ। ਇੱਥੇ ਤੇ ਘਾਲਣਾ ਹੈ, ਇੱਥੇ ਤੇ ਭਗਤੀ ਹੈ, ਇੱਥੇ ਤੇ ਸਾਧਨਾ ਹੈ। ਕਿਆ ਚੱਲਿਆ ਜਿਸ ਨਾਲ, ਕਹਿੰਦੇ ਉਹਦੇ ਨਾਲ ਕੋਈ ਸਾਡੀ ਕੋਈ ਫਰਮਾਇਸ਼ ਨਹੀਂ ਚੱਲ ਸਕਦੀ, ਕੋਈ ਸਾਡਾ ਅਸੀਂ ਉੱਥੇ ਧਨ ਦਾ ਜੋਰ ਨਹੀਂ ਵਿਖਾ ਸਕਦੇ, ਕੰਚਨ ਸਿਉ ਪਾਈਆ ਨਹੀਂ ਤੋਲ। ਇੱਥੇ ਤੇ ਇੱਕੋ ਹੀ ਤਰੀਕਾ, ਮਨ ਦੇ ਰਾਮ ਲਿਆ ਹੈ। ਤੇ ਫਿਰ ਅੱਗੇ ਵਚਨ ਆਉਂਦਾ ਹੈ, ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾਲ ਹਨ। ਕਹਿੰਦੇ ਤੇ ਰੋਖੀ ਖੇਡ ਹੈ ਇਸ ਘਰ ਦੇ ਵਿੱਚ। ਕਈ ਵਿਚਾਰੇ ਜਾਗਦੇ ਹੋਏ ਸਾਵਧਾਨ ਹੋ ਕੇ ਬੈਠੇ ਵੀ ਸਾਨੂੰ ਇਹ ਦਾਤ ਮਿਲੇਗੀ, ਕਈ ਵਾਰ ਉਹ ਰਹਿ ਜਾਂਦੇ ਨੇ। ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਈਆਂ ਨੂੰ ਉਹ ਮਾਲਕ ਸੁੱਤੇ ਪਿਆਂ ਨੂੰ ਉਠਾ ਕੇ ਦਾਤ ਦੇ ਦਿੰਦਾ ਹੈ। ਇਸ ਕਰਕੇ ਉਹਦੀ ਬਖਸ਼ਿਸ਼ ਜਿਹੜੀ ਹੈ, ਉਹਦੀ ਹੀ ਟੇਕ ਮਨੁੱਖ ਨੂੰ ਰੱਖਣੀ ਚਾਹੀਦੀ ਹੈ ਕਿ ਉਹ ਮਾਲਕ ਕਿਸ ਵਿਧੀ ਦੇ ਨਾਲ, ਕਿਹੜੀ ਤਰੀਕੇ ਦੇ ਨਾਲ ਉਹ ਤੁਹਾਡੇ ਤੇ ਮਿਹਰਬਾਨ ਹੋ ਜਾਵੇ। ਜਿਸ ਦੇਵੈ ਤਿਸ ਪੱਲੇ ਪਾਏ। ਇੱਕ ਬਾਣੀ ਦੀ ਪੰਕਤੀ ਅਸੀਂ ਕਈ ਵਾਰ ਸਾਂਝੀ ਕਰਦੇ ਆ, ਆਪ ਸਭਨਾਂ ਨੂੰ ਚੇਤੇ ਵੀ ਹੋਏਗੀ। ਮਹਾਰਾਜ ਕਹਿੰਦੇ ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇ। ਕਿ ਦਾਤ ਉਹਦੇ ਹੱਥ ਵਿੱਚ ਹੈ, ਉਹ ਜਿਸ ਨੂੰ ਚਾਹੇ ਉਸ ਦਾਤ ਦੀ ਰਹਿਮਤ ਉਸ ਨੂੰ ਕਰ ਦਿੰਦਾ ਹੈ, ਬਖਸ਼ ਦਿੰਦਾ ਹੈ। ਜਿਹੜਾ ਸੇਵਕ ਉਹਨੂੰ ਚੰਗਾ ਲੱਗ ਜਾਵੇ, ਭਾ ਜਾਵੇ। ਅਗਲਾ ਵਚਨ ਗੁਰੂ ਅਮਰਦਾਸ ਜੀ ਨੇ ਕੀਤਾ, ਅਗੰਮ ਅਗੋਚਰ ਲਖਿਆ ਨਾ ਜਾਏ। ਅਗੰਮ ਅਗੋਚਰ ਦੀ ਵਿਆਖਿਆ ਸੀ ਐਤਵਾਰ ਵਾਲੇ ਪਿਛਲੇ ਪਦੇ ਵਿੱਚ ਵੀ ਕੀਤੀ ਸੀ। ਅਗੰਮ ਦਾ ਅਰਥ ਹੈ ਅਪਹੁੰਚ। ਇੱਕ ਸ਼ਬਦ ਹੈ ਗਮਤਾ, ਜਿੱਦਾਂ ਰਸੀਦ, ਰਸੀਦ ਦਾ ਅਰਥ ਵੀ ਪਹੁੰਚ ਹੀ ਹੈ। ਗਮਤਾ, ਗਮਤਾ ਦਾ ਅਰਥ ਵੀ ਹੈ ਪਹੁੰਚ। ਹੁਣ ਗਮਤਾ ਦਾ ਛੋਟਾ ਰੂਪ ਗਮ, ਇੱਕ ਗਮ ਦੂਜਾ ਵੀ ਹੁੰਦਾ ਹੈ ਜਿਹਦਾ ਅਰਥ ਅਸੀਂ ਦੁੱਖ ਲੈਂਦੇ ਹਾਂ, ਪਰ ਇੱਥੇ ਗਮ ਦਾ ਅਰਥ ਹੈ ਪਹੁੰਚ, ਗਮ। ਤੇ ਹੁਣ ਗਮ ਦੇ ਅੱਗੇ ਐਡ ਲਾਤਾ ਅਗੰਮ, ਜਿੱਥੋਂ ਤੱਕ ਸਾਡੀ ਪਹੁੰਚ ਨਾ ਹੋਵੇ। ਇਹ ਸ਼ਬਦ ਕਿਉਂ ਲਿਖਿਆ ਵੀ ਜਿੱਥੋਂ ਤੱਕ ਸਾਡੀ ਪਹੁੰਚ ਨਾ ਹੋਵੇ? ਜਿੱਦਾਂ ਕੋਈ ਚੀਜ਼ ਸਾਡੀ ਪਹੁੰਚ ਵਿੱਚ ਪਈ ਹੈ। ਕਈ ਵੀ ਚੀਜ਼ਾਂ ਤਾਂ ਹੁੰਦੀਆਂ ਨੇ ਉੱਚੀਆਂ ਪਈਆਂ, ਅਸੀਂ ਕਹਿੰਦੇ ਮੇਰਾ ਹੱਥ ਨਹੀਂ ਪਹੁੰਚਦਾ ਉੱਥੋਂ ਤੱਕ, ਉਹ ਬਹੁਤ ਉੱਚੀ ਹੈ। ਤੇ ਕਈ ਚੀਜ਼ਾਂ ਸਾਡੀ ਪਹੁੰਚ ਵਿੱਚ ਹੁੰਦੀਆਂ ਵੀ ਅਸੀਂ ਉਹਨੂੰ ਆਪਣੇ ਹੱਥ ਨਾਲ ਮਰਜ਼ੀ ਨਾਲ ਚੁੱਕ ਕੇ ਜਿੱਧਰ ਮਰਜ਼ੀ ਰੱਖ ਲਈਏ। ਤੇ ਉਹ ਕਹਿੰਦੇ ਰੱਬ ਇੱਦਾਂ ਦਾ ਨਹੀਂ ਹੈ ਵੀ ਤੂੰ ਹੱਥ ਨਾਲ ਹੀ ਜਿੱਦਾਂ ਮਰਜ਼ੀ ਤੂੰ ਕਹੇ ਵੀ ਇਹਨੂੰ ਮਿਲ ਜਾਵੇ ਤੇ ਇਹਨੂੰ ਨਾ ਮਿਲੇ। ਨਹੀਂ, ਉਹ ਸਾਡੀ ਪਹੁੰਚ ਤੋਂ ਪਰੇ ਹੈ, ਉਹਦੀ ਆਪਣੀ ਰਜ਼ਾ ਹੈ। ਉਹਦੇ ਤੇ ਅਸੀਂ ਕੋਈ ਕਿਸੇ ਤਰ੍ਹਾਂ ਦੀ ਹੀਲ ਹੁਜਤ, ਕੋਈ ਜ਼ੋਰ, ਕੋਈ ਤਾਕਤ ਅਸੀਂ ਨਹੀਂ ਵਰਤ ਸਕਦੇ, ਕਿਉਂਕਿ ਉਹ ਅਗੰਮ ਹੈ, ਅਗੋਚਰ। ਉਹ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਵੀ ਪਰੇ ਹੈ।
वो साडे इंद्रियां दी पकड़ विच नहीं है, अगोचर है, लखिया ना जाए। ਉਹਨੂੰ ਸਮਝਣਾ ਵੀ ਔਖਾ ਹੈ, ਉਹਨੂੰ ਸਮਝਣਾ ਵੀ ਔਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਅਸੀਂ ਇੱਕ ਵਚਨ ਕਈ ਵਾਰੀ ਸਾਂਝਾ ਕਰਦੇ ਹੁੰਦੇ ਹਾਂ। ਭਾਈ ਗੁਰਦਾਸ ਜੀ ਨੂੰ ਆ ਕੇ ਗੁਰਸਿੱਖ ਕਹਿੰਦੇ ਸਾਨੂੰ ਨਾ ਕੋਈ ਅੱਜ ਰੱਬ ਦੀ ਗੱਲ ਸੁਣਾਓ ਵੀ ਰੱਬ ਕੀ ਹੈ, ਕੀ ਚੀਜ਼ ਹੈ, ਰੱਬ ਦੇ ਬਾਰੇ ਸਾਨੂੰ ਸਮਝਾਓ। ਭਾਈ ਗੁਰਦਾਸ ਜੀ ਉਹਨਾਂ ਗੁਰਮੁਖਾਂ ਨੂੰ ਆਖਣ ਲੱਗੇ ਕਿ ਭਾਈ ਦੇਖੋ ਰੱਬ ਦੀ ਕਥਾ ਆਪਾਂ ਨਹੀਂ ਕਰ ਸਕਦੇ, ਆਪਾਂ ਅੱਜ ਤੁਹਾਨੂੰ ਨਾ ਘਾਹ ਦੇ ਬਾਰੇ ਦੱਸਦੇ ਆ। ਹੈ ਤੇ ਗੱਲ ਬੜੀ ਅਨੋਖੀ ਜੀ ਹੈ ਨਾ ਵੀ ਕੋਈ ਆਵੇ ਰੱਬ ਦੀ ਕਥਾ ਸੁਣਨ ਤੇ ਉਹਨੂੰ ਅੱਗੋਂ ਕਹਿ ਦਿੱਤਾ ਜਾਵੇ ਲੈ ਤੂੰ ਘਾਹ ਦੀ ਕਥਾ ਸੁਣ। ਉਹ ਆਖੇਗਾ ਵੀ ਮੈਂ ਘਾਹ ਤੋਂ ਕੀ ਲੈਣਾ, ਮੈਂ ਤਾਂ ਰੱਬ ਦੀ ਕਥਾ ਸੁਣਨਾ ਹੈ, ਘਾਹ ਦੀ ਕਥਾ ਥੋੜੀ ਸੁਣਨਾ ਹੈ। ਤੇ ਇਦਾਂ ਹੀ ਉਹਨਾਂ ਗੁਰਸਿੱਖਾਂ ਨੇ ਵੀ ਕਿਹਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਗੱਲ ਇਹ ਹੈ ਵੀ ਮੈਂ ਕਥਾ ਤੁਹਾਨੂੰ ਘਾਹ ਦੀ ਸੁਣਾਵਾਂਗਾ ਪਰ ਤੁਹਾਨੂੰ ਸਮਝ ਰੱਬ ਦੀ ਪਏਗੀ, ਤੁਹਾਨੂੰ ਸਮਝ ਆਏਗਾ। ਥੋੜਾ ਥੋੜਾ ਆਪਾਂ ਯਤਨ ਕਰਦੇ ਹਾਂ ਘਾਹ ਦੀ ਗੱਲ ਕਰਕੇ ਵੀ ਰੱਬ ਦੇ ਬਾਰੇ ਸਾਨੂੰ ਥੋੜਾ ਥੋੜਾ ਚਾਨਣ ਜਿਹਾ ਹੋ ਜੇ। ਤੇ ਉਹਨੂੰ ਅਸੀਂ ਪੂਰਨ ਤੌਰ ਤੇ ਨਹੀਂ ਕਹਿ ਸਕਦੇ, ਨਾ ਉਹਨੂੰ ਅਸੀਂ ਬਿਆਨ ਕਰ ਸਕਦੇ ਹਾਂ। ਉਹ ਪਰਮਾਤਮਾ ਬੇਅੰਤ ਹੈ, ਲੇਖਾ ਹੋਏ ਤਾਂ ਲਿਖੀ ਹੈ, ਲੇਖਿਆ ਹੋਏ ਵਿਨਾਸ਼, ਉਹਦਾ ਲੇਖਾ ਨਹੀਂ ਕੋਈ ਲਿਖ ਸਕਦਾ। ਤੇ ਭਾਈ ਗੁਰਦਾਸ ਜੀ ਫਿਰ ਘਾਹ ਦੀ ਗੱਲ ਕਰਦੇ ਨੇ, ਕਹਿੰਦੇ ਲੱਤਾਂ ਹੇਠ ਲਤਾੜੀ ਘਾਹ ਨਾ ਕੱਟੈ ਸਾਹ ਵਿਚਾਰਾ, ਗੋਰਸ ਦੇ ਖੜਕਾਏ ਕੇ ਗਾਏ ਗਰੀਬੀ ਪਰ ਪੁਕਾਰਾ, ਕੇਤੇ ਹੋਵਨ ਹੋਮ ਜਗ ਧਨ ਸਵਾਰਥ ਚੱਜ ਵਿਚਾਰ। ਉਹ ਕੀ ਆਖਦੇ ਨੇ, ਕਹਿੰਦੇ ਭਾਈ ਵੇਖੋ ਘਾਹ ਜਿਹੜਾ ਬਹੁਤ ਮਾਮੂਲੀ ਜੀ ਚੀਜ਼ ਹੈ, ਆਪਾਂ ਉਹਨੂੰ ਪੈਰਾਂ ਥੱਲੇ ਮਿੱਧਦੇ ਆ, ਉਹ ਉੱਚੀ ਸਾਹ ਨਹੀਂ ਕੱਢਦਾ ਵਿਚਾਰਾ, ਉਹਦੀ ਕੋਈ ਮਰਜ਼ੀ ਨਹੀਂ, ਉਹਦਾ ਕੋਈ ਦਾਅਵਾ ਨਹੀਂ। ਪਰ ਕਹਿੰਦੇ ਉਹ ਘਾਹ ਦੇ ਵਿੱਚ ਤਾਕਤ ਵੇਖੋ ਕਿੰਨੀ ਹੈ। ਉਹ ਘਾਹ ਨੂੰ ਗਾਂ ਨੇ ਖਾਧਾ, ਉਹ ਘਾਹ ਗਾਂ ਦੇ ਅੰਦਰ ਗਿਆ ਤੇ ਦੁੱਧ ਬਣ ਗਿਆ। ਕਹਿੰਦੇ ਰੱਬ ਨੇ ਦੇਖੋ ਕਿੰਨੀ ਤਾਕਤ, ਇੱਕ ਐਸੀ ਚੀਜ਼ ਅੱਜ ਕੋਈ ਵਿਗਿਆਨ ਦੇ ਕੋਲੇ ਐਸੀ ਮਸ਼ੀਨ ਹੈ ਵੀ ਉਹਦੇ ਵਿੱਚ ਘਾਹ ਪਾਇਆ ਜਾਵੇ ਤੇ ਮਸ਼ੀਨ ਦੁੱਧ ਬਣਾ ਕੇ ਬਾਹਰ ਕੱਢ ਦੇਵੇ। ਇਹ ਪਰਮਾਤਮਾ ਹੈ, ਇਹ ਉਹਦੀ ਕਲਾ ਹੈ, ਇਹ ਉਹਦੇ ਕੌਤਕ ਨੇ ਵਾਹਿਗੁਰੂ ਦੇ। ਤੇ ਕਹਿਣ ਲੱਗੇ ਉਹ ਘਾਹ ਜਿਹੜਾ ਹੈ ਉਹ ਦੁੱਧ ਦੇ ਰੂਪ ਦੇ ਵਿੱਚ ਬਦਲ ਗਿਆ। ਤੇ ਫਿਰ ਦੁੱਧ ਤੋਂ ਕਿੰਨੀਆਂ ਚੀਜ਼ਾਂ ਬਣਦੀਆਂ ਨੇ, ਦੁੱਧੋਂ ਦਹੀਂ ਜਮਾਈਏ, ਦਹੀਂੋਂ ਮੱਖਣ ਛਾਹ ਪਿਆ, ਫਿਰ ਉਹਦੇ ਤੋਂ ਘਿਓ ਬਣਿਆ। ਫਿਰ ਬਹੁਤ ਵੱਡੇ ਜਿਹੜੇ ਧਰਮ ਕਰਮ ਹੋਏ, ਹਵਨ ਹੋਏ, ਜੱਗ ਹੋਏ। ਹੁਣ ਹਵਨ ਦੀ ਤੇ ਜੱਗ ਦੀ ਕਿੱਡੀ ਧਾਰਮਿਕ ਦੁਨੀਆ ਵਿੱਚ ਉਹਨਾਂ ਦੇ ਵਿੱਚ ਬੜੀ ਵੱਡੀ ਇੱਕ ਮਹਿਮਾ ਹੁੰਦੀ ਸੀ ਵੀ ਹਵਨ ਹੋ ਰਿਹਾ, ਜੱਗ ਹੋ ਰਿਹਾ। ਪਰ ਕਹਿੰਦੇ ਤੁਸੀਂ ਹਵਨ ਨੂੰ ਜੱਗ ਨੂੰ ਤੇ ਬਹੁਤ ਵੱਡਾ ਕਹਿ ਰਹੇ ਹੋ, ਪਰ ਕਹਿੰਦੇ ਉਹਦੇ ਵਿੱਚ ਚੀਜ਼ ਕੀ ਵਰਤੀ ਜਾ ਰਹੀ ਹੈ, ਘਿਓ ਵਰਤਿਆ ਜਾ ਰਿਹਾ। ਤੇ ਕਹਿੰਦੇ ਘਿਓ ਕਿੱਥੋਂ ਆਇਆ, ਕਹਿੰਦੇ ਜੀ ਉਹ ਮੱਖਣ ਉਹਨੂੰ ਗਰਮ ਕਰਕੇ ਬਣਾਇਆ। ਕਹਿੰਦੇ ਮੱਖਣ ਕਿੱਥੋਂ ਆਇਆ, ਕਹਿੰਦੇ ਜੀ ਉਹ ਦਹੀਂ ਚੋਂ ਰਿੜ ਕੇ। ਦਹੀਂ ਕਿੱਥੋਂ ਆਇਆ, ਕਹਿੰਦੇ ਦੁੱਧ ਤੋਂ ਆਇਆ। ਦੁੱਧ ਕਿੱਥੋਂ ਆਇਆ, ਕਹਿੰਦੇ ਗਾਂ ਨੇ ਖਾਧਾ ਕੀ ਇਹ ਘਾਹ। ਭਾਈ ਗੁਰਦਾਸ ਜੀ ਕਹਿਣ ਲੱਗੇ ਤੇ ਘਾਹ ਦੀ ਹੀ ਕਥਾ ਚੱਲ ਰਹੀ ਹੈ। ਕਹਿੰਦੇ ਤੁਸੀਂ ਦੇਖੋ ਉਸ ਪਰਮਾਤਮਾ ਨੇ ਇੱਕ ਘਾਹ ਦੇ ਵਿੱਚ ਆਪਣੀ ਥੋੜੀ ਜਿਹੀ ਤਾਕਤ, ਇੱਕ ਨਿੱਕੀ ਜਿਹੀ ਸ਼ਕਤੀ ਟਿਕਾਈ। ਕਹਿੰਦੇ ਆਪਾਂ ਤੋਂ ਤਾਂ ਇੱਕ ਘਾਹ ਦੇ ਤੀਲੇ ਦੀ ਕਥਾ ਨਹੀਂ ਮੁੱਕਣ ਚਾਹੁੰਦੀ, ਪਰ ਰੱਬ ਦੀ ਕਥਾ ਕਿੱਥੋਂ ਮੁਕਾ ਲਵਾਂਗੇ। ਉਹ ਪਰਮਾਤਮਾ ਬੜਾ ਬੇਅੰਤ ਹੈ। ਤਾਂ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਅਗੰਮ ਅਗੋਚਰ ਲਖਿਆ ਨਾ ਜਾਏ। ਕਹਿੰਦੇ ਉਹਨੂੰ ਲਖਿਆ ਨਹੀਂ ਜਾ ਸਕਦਾ, ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹ ਬਹੁਤ ਬੇਅੰਤ ਹੈ, ਬਹੁਤ ਵੱਡਾ ਹੈ। ਸਾਡੀ ਇੱਕ ਖਾਸ ਕੋਈ ਸੀਮਾ ਹੈ, ਕੋਈ ਹੱਦ ਹੈ ਵੀ ਇੱਥੋਂ ਤੱਕ ਅਸੀਂ ਵੇਖ ਸਕਦੇ ਹਾਂ, ਇੰਨਾ ਕੁ ਅਸੀਂ ਸੁਣ ਸਕਦੇ ਹਾਂ, ਇੰਨਾ ਕੁ ਅਸੀਂ ਸੋਚ ਸਕਦੇ ਹਾਂ। ਅਸੀਂ ਰੱਬ ਜਿੰਨਾ ਨਹੀਂ ਸੋਚ ਸਕਦੇ। ਅਸੀਂ ਆਪਣੇ ਇਹਨਾਂ ਇੰਦਰੀਆਂ ਦੀ ਤਾਕਤ ਰਾਹੀਂ ਉਹਨੂੰ ਨਹੀਂ ਜਾਣ ਸਕਦੇ। ਉਹ ਵਿਅਰਥ ਹੈ, ਉਹਨੂੰ ਵਿਅਰਥ ਕਹਿਣਾ ਹੀ ਚੰਗਾ ਹੈ। ਅਗੰਮ ਅਗੋਚਰ ਲਖਿਆ ਨਾ ਜਾਏ, ਗੁਰ ਕੈ ਸ਼ਬਦ ਹਰ ਰਹਿਆ ਸਮਾਏ। ਕਹਿੰਦੇ ਗੁਰੂ ਦੇ ਸ਼ਬਦ ਵਿੱਚ ਉਹ ਪਰਮਾਤਮਾ ਸਮਾਇਆ ਹੋਇਆ ਹੈ, ਬਾਣੀ ਦੇ ਵਿੱਚ ਸਮਾਇਆ ਹੋਇਆ ਹੈ। ਬਾਣੀ ਦੇ ਵਿੱਚ ਉਹ ਰੱਬ ਆਪ ਬੈਠਾ ਹੈ ਤੇ ਅਸੀਂ ਬਾਣੀ ਦੇ ਨੇੜੇ ਹੋ ਸਕਦੇ ਹਾਂ। ਬਾਣੀ ਦੇ ਜਦੋਂ ਅਸੀਂ ਨੇੜੇ ਹੁੰਦੇ ਹਾਂ, ਹੱਥ 'ਚ ਗੁਟਕਾ ਲੈ ਕੇ ਆਪਣੀ ਰਸਨਾ ਤੋਂ ਬਾਣੀ ਪੜ੍ਹਦੇ ਹਾਂ ਤੇ ਉਦੋਂ ਇਉਂ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਰੱਬ ਦੇ ਨੇੜੇ ਬੈਠੇ ਹਾਂ, ਅਸੀਂ ਪਰਮਾਤਮਾ ਦੇ ਨੇੜੇ ਬੈਠੇ ਹਾਂ। ਕਿਉਂਕਿ ਬਾਣੀ ਵਿੱਚ, ਸ਼ਬਦ ਵਿੱਚ ਉਹ ਪਰਮਾਤਮਾ ਆਪ ਸਮਾਇਆ ਹੋਇਆ ਹੈ। ਬਾਣੀ ਦੇ ਵਿੱਚ ਉਹ ਪਰਮਾਤਮਾ ਅੰਦਰ ਹਾਜ਼ਰ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨ ਕੋਏ।
इस बाणी के राही असीं प्रभु की प्राप्ति असीं अरदास दे विच भी तो पढ़ते हैं ना, अरदास तो बाद आपां दोहरा पढ़ते हैं, दोहरे विच आपां नूं इतिहासक तौर ते बोल जिहड़े सानू साडे ग्रंथां ने साडे तक पहुँचाए ने गुरु की बख्शिश, वो कहते जो प्रभु को मिलवो चाहे, जिहड़ा प्रभु को मिलना चाहुंदा है, जो प्रभु को मिलवो चाहे, वो की करे, खोज शब्द मैले, वो शब्द दे विचों खोजे, वो बाणी विचों खोजे, वो बाणी दे विच सुरत जोड़े, शब्द विच सुरत जोड़े। जिहड़ा बाणी विच शब्द विच सुरत जोड़ेगा उहनूं रब दे दीदार प्राप्त हो जाणगे। सतगुरु किरपा करन। धन गुरु अमरदास महाराज जी की बाणी बिलावल राग दे विच वार 7 ਉਹਦੇ ਵਿੱਚੋਂ ਅੱਜ सोमवार वाले पदे का पाठ और उसकी विचार आप जी ने सरवण की है। हुई भुलां क्षमा करनी है जी। वाहिगुरू जी का खालसा, वाहिगुरू जी की फतेह।